ਏਕਮ टीवी ਨਾਲ जुड़े सारे दर्शकों का स्वागत है। देश दुनिया ਦੀਆਂ खबरां लेके हाजिर हाँ ऋषि सिंह राही। ਝਾਤ ਮਾਰਦੇ ਹਾਂ ਪਹਿਲੀ ਖਬਰ ਤੇ। ਦੁਨੀਆ ਦਾ ਸਭ ਤੋਂ ਤਾਕਤਵਰ ਲੜਾਕੂ ਜਹਾਜ਼ ਰਾਫੇਲ 29 ਜੁਲਾਈ ਨੂੰ ਭਾਰਤ ਪਹੁੰਚ ਜਾਵੇਗਾ। 5 ਰਾਫੇਲ ਲੜਾਕੂ ਜਹਾਜ਼ਾਂ ਨੇ ਫਰਾਂਸ ਦੇ 에ਅਰ ਬੇਸ ਤੇ ਭਾਰਤ ਲਈ ਉਡਾਣ ਭਰ ਦਿੱਤੀ ਹੈ। ਭਾਰਤੀ ਹਵਾਈ ਫੌਜ ਦੇ ਫਾਈਟਰ ਪਾਇਲਟ 7364 ਕਿਲੋਮੀਟਰ ਦੀ ਹਵਾਈ ਦੂਰੀ ਤੈਅ ਕਰਕੇ ਬੁੱਧਵਾਰ ਨੂੰ ਅੰਬਾਲਾ 에ਅਰ ਬੇਸ ਪਹੁੰਚਣਗੇ। ਫਰਾਂਸ ਤੋਂ ਰਵਾਨਾ ਹੋਏ ਇਹਨਾਂ ਜਹਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ 'ਚ ਇੱਕ 에ਅਰ ਬੇਸ ਤੇ ਉਤਾਰਿਆ ਜਾਵੇਗਾ ਤੇ ਫਰਾਂਸ ਦੇ ਟੈਂਕਰ ਵਿਭਾਗ ਤੋਂ ਇੰਧਣ ਭਰਿਆ ਜਾਵੇਗਾ। ਇਸ ਤੋਂ ਬਾਅਦ ਜਹਾਜ਼ ਅੰਬਾਲਾ 에ਅਰ ਬੇਸ ਤੋਂ ਅੱਗੇ ਦਾ ਸਫ਼ਰ ਤੈਅ ਕਰਨਗੇ। ਫਰਾਂਸ ਤੋਂ ਰਾਫੇਲ ਜਹਾਜ਼ਾਂ ਨੂੰ 17 ਗੋਲਡਨ 에ਅਰ ਕਮਾਂਡਿੰਗ ਅਫਸਰ ਦੇ ਪਾਇਲਟ ਲੈ ਕੇ ਆ ਰਹੇ ਨੇ। ਸਾਰੇ ਪਾਇਲਟਾਂ ਨੂੰ ਫਰਾਂਸੀਸੀ ਦਲਾਸਾਟ ਏਵੀਏਸ਼ਨ ਕੰਪਨੀ ਵੱਲੋਂ ਸਿਖਲਾਈ ਦਿੱਤੀ ਗਈ ਹੈ। ਇਹਨਾਂ ਨੂੰ ਅੰਬਾਲਾ ਦੇ 에ਅਰ ਫੋਰਸ ਸਟੇਸ਼ਨ ਤੇ 29 ਜੁਲਾਈ ਨੂੰ ਹਵਾਈ ਫੌਜ 'ਚ ਸ਼ਾਮਲ ਕੀਤਾ ਜਾਵੇਗਾ। 36 ਰਾਫੇਲ ਜਹਾਜ਼ਾਂ ਦੀ ਡੀਲ ਭਾਰਤ ਨੇ ਇਹ ਜਹਾਜ਼ ਪਹਿਲਾਂ ਮਈ 'ਚ ਮਿਲਣ ਵਾਲੇ ਸੀ, ਪਰ ਕਰੋਨਾ ਕਾਰਨ ਇਹਨਾਂ ਦੇ ਮਿਲਣ 'ਚ 2 ਮਹੀਨੇ ਦੀ ਦੇਰੀ ਹੋ ਗਈ ਹੈ। ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ 'ਚ 6 ਜੈੱਟ ਭਾਰਤ ਨੂੰ ਮਿਲਦੇ ਨੇ। ਭਾਰਤ ਤੇ ਫਰਾਂਸ 'ਚ ਸਮਝੌਤੇ ਤਹਿਤ ਪੂਰੇ ਤਿਆਰ 36 ਰਾਫੇਲ ਜੈੱਟ ਸਤੰਬਰ 2022 ਤੱਕ ਹੋਣੇ ਨੇ। ਪਹਿਲਾ ਰਾਫੇਲ ਜਹਾਜ਼ ਨੂੰ ਅਕਤੂਬਰ 2019 'ਚ ਭਾਰਤ ਨੂੰ ਸੌਂਪਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਗੰਭੀਰ ਦੋਸ਼ ਮੜਨ ਵਾਲੀ ਡੇਰਾ ਸੱਚਾ ਸੌਦਾ ਦੀ ਪੈਰੋਕਾਰ ਵੀਰਪਾਲ ਕੌਰ ਖਿਲਾਫ ਅਕਾਲੀ ਦਲ ਦੇ ਵਫਦ ਨੇ ਚੰਡੀਗੜ੍ਹ ਦੀ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ। ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਦੇ ਵਫਦ ਨੇ ਚੰਡੀਗੜ੍ਹ ਦੀ ਐਸਐਸਪੀ ਨੂੰ ਲਿਖਤੀ ਰੂਪ 'ਚ ਵੀਰਪਾਲ ਖਿਲਾਫ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਦੇ ਵਫਦ ਨੇ ਚੰਡੀਗੜ੍ਹ ਦੀ ਐਸਐਸਪੀ ਨੂੰ ਲਿਖਤੀ ਰੂਪ 'ਚ ਵੀਰਪਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕੀਤਾ ਜਾਵੇ ਅਤੇ ਪਰਦੇ ਪਿੱਛੇ ਦੀ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦ ਕਾਰਵਾਈ ਸ਼ੁਰੂ ਕੀਤੀ ਤਾਂ ਵੀਰਪਾਲ ਕੌਰ ਨੇ ਮਾਫੀ ਵੀ ਮੰਗ ਲਈ, ਪਰ ਵੀਰਪਾਲ ਕੌਰ ਨੇ ਜੋ ਸਿੱਖ ਗੁਰੂਆਂ ਦੀ ਤੁਲਨਾ ਰਾਮ ਰਹੀਮ ਨਾਲ ਕੀਤੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਦੱਸ ਦਈਏ ਕਿ ਡੇਰਾ ਪੈਰੋਕਾਰ ਵੀਰਪਾਲ ਕੌਰ ਵੱਲੋਂ ਲਗਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਹੁਣ ਚੰਡੀਗੜ੍ਹ ਦੀ ਐਸਐਸਪੀ ਨੂੰ ਵੀਰਪਾਲ ਕੌਰ ਖਿਲਾਫ ਧਾਰਾ 295/1 ਲਾਉਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਵਿਗਾੜਦਿਆਂ ਕਿਹਾ ਕਿ ਪੰਜਾਬ 'ਚ ਕਈ ਸਿਆਸੀ ਧਿਰਾਂ ਦੀ ਹੋਂਦ ਖਤਮ ਹੋਣ ਜਾ ਰਹੀ ਹੈ, ਇਸ ਲਈ ਬਿਨਾਂ ਵਜ੍ਹਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਸਿਆਸਤ ਨਾ ਕੀਤੀ ਜਾਵੇ। ਦੇਖੋ, ਮੈਂ ਸਮਝਦਾ ਕਿ ਮੇਰੇ ਹੁਣ ਕਹਿਣ ਵਾਲੀ ਕੋਈ ਗੱਲ ਨਹੀਂ ਹੈ। ਇਹ ਆਪ ਹੀ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਕੁ ਸੀਰੀਅਸਨੈਸ ਦੇ ਨਾਲ ਸਾਰਾ ਕੰਮ ਚੱਲ ਰਿਹਾ, ਕਿਉਂਕਿ ਕਾਂਗਰਸ ਪਾਰਟੀ ਨਾ ਤਾਂ ਜਾਂਚ ਵਿੱਚ ਇੰਟਰਸਟਿਡ ਸੀ ਨਾ ਸੱਚਾਈ ਦੇ ਵਿੱਚ ਇੰਟਰਸਟਿਡ ਹੈ। ਜਦੋਂ ਸਾਰਾ ਧਿਆਨ ਸਰਕਾਰ ਦਾ ਰਾਜਨੀਤੀ ਖੇਡਣ ਦੇ ਵਿੱਚ ਹੋਵੇ, ਘਟੀਆ ਹੱਥਕੰਡੇ ਰਾਜਨੀਤਿਕ ਤੌਰ ਦੇ ਉੱਤੇ ਖੇਡੇ ਜਾਣ, ਫਿਰ ਹੋਰ ਕੋਈ ਇਸ ਤੋਂ ਬੈਟਰ ਰਿਜ਼ਲਟ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇਸ ਕਰਕੇ ਇਹ ਉਹਨਾਂ ਚੀਜ਼ਾਂ ਦਾ ਸਬੂਤ ਹੈ ਕਿ ਕਿੰਨੀ ਕੁ ਗੰਭੀਰਤਾ ਦੇ ਨਾਲ ਜਿਹੜੀ ਹੈ ਸਾਰਾ ਕੁਛ ਇਹ ਕੰਮ ਚੱਲ ਰਿਹਾ। ਸਾਰੀ ਸਰਕਾਰ ਜਿਹੜੀ ਹੈ ਸਿਰਫ ਰਾਜਨੀਤੀ ਘਟੀਆ ਵਿਰੋਧੀ ਪਾਰਟੀਆਂ ਨੂੰ ਜਿਹੜੀ ਹੈਗੀ ਆ ਬਲੇਮ ਕਰਨ ਦੇ ਉੱਤੇ ਲੱਗੀ ਹੋਈ ਆ। ਉਹਦਾ ਫਾਇਦਾ ਜਿਹੜਾ ਕੁਦਰਤੀ ਗੱਲ ਹੈ ਕਿ ਕੇਸ ਕਮਜ਼ੋਰ ਹੁੰਦਾ, ਉਹਦਾ ਫਾਇਦਾ ਲੋਕਾਂ ਜਿਹਨਾਂ ਦੇ ਉੱਤੇ ਕੇਸ ਬਣਾਏ ਜਾਂਦੇ ਆ ਉਹਨਾਂ ਨੂੰ ਹੁੰਦਾ। ਦੇਖੋ, ਅਸੀਂ ਆਪਣੇ ਸਾਰੇ ਜਿਹੜੇ ਟੌਪ ਦੇ ਵਕੀਲ ਆ ਉਹਨਾਂ ਨਾਲ ਡਿਸਕਸ ਕੀਤਾ ਔਰ ਜੋ ਉਹਨਾਂ ਦੀ ਰਾਏ ਸੀ ਕਿ ਪਹਿਲੀ FIR ਜਿਹੜੀ ਆ ਪ੍ਰੋਪਰ ਵੇ ਦੇ ਨਾਲ ਪਾਰਟੀ ਦੀ ਲੀਡਰਸ਼ਿਪ ਵੱਲੋਂ ਇੱਥੇ ਚੰਡੀਗੜ੍ਹ ਦੇ ਵਿੱਚ ਹੋਣੀ ਚਾਹੀਦੀ, ਇਸ ਕਰਕੇ ਉਹ ਕਰ ਦਿੱਤੀ। ਬਾਕੀ ਜਦੋਂ ਅਸੀਂ ਹੁਣ ਸਾਰੀ ਕੱਲ ਫਿਰ ਬੈਠਾਂਗੇ, ਸਾਰੀਆਂ ਸਥਿਤੀਆਂ ਨੂੰ ਦੇਖਾਂਗੇ, ਫਿਰ ਜੋ ਹੋਰ ਫਰਦਰ ਕਰਨ ਦੀ ਲੋੜ ਹੋਈ ਉਹ ਕਰਾਂਗੇ। ਅੱਜ ਪ੍ਰਧਾਨ ਸਾਹਿਬ ਨੇ ਤਾਂ ਲੀਡ ਕੀਤਾ ਨਾਲ ਜਿਹੜੀ ਹੈ, ਕਿਉਂਕਿ ਇਸ ਕਰਕੇ ਅੱਜ ਮੇਨ ਸ਼ੁਰੂਆਤ ਜਿਹੜੀ ਸੀ, ਜਿਹੜੀ ਇੰਪੋਰਟੈਂਟ ਸੀ, ਲੀਗਲੀ ਡਰਾਫਟਡ ਕੰਪਲੇਂਟ ਜਿਹੜੀ ਜ਼ਰੂਰੀ ਸੀ, ਉਹ ਅੱਜ ਅਸੀਂ ਫਾਈਲ ਜਿਹੜੀ ਆ ਉਹ ਕੀਤੀ। ਤੁਸੀਂ ਜਾਣਦੇ ਹੋ ਕਿ ਵੀਰਪਾਲ ਕੌਰ ਨੇ ਪਿਛਲੇ ਦਿਨ ਮੇਰੇ ਖਿਲਾਫ ਇੱਕ ਬੜੇ ਸਾਜ਼ਿਸ਼ ਰਾਹੀਂ ਇੱਕ ਗਲਤ ਝੂਠਾ ਬਿਆਨ ਦਿੱਤਾ। IG ਸ਼ਸ਼ੀਕਾਂਤ ਜੀ ਦੇ ਵੇਰਵੇ ਨੂੰ ਲੈ ਕੇ ਤੇ IG ਸ਼ਸ਼ੀਕਾਂਤ ਨੇ ਨਾਲ ਦੇ ਨਾਲ ਉਹਦਾ ਖੰਡਨ ਕੀਤਾ, ਮੈਨੇ ਕੀਤਾ। ਇਹ ਜਿਹਾ ਬਿਆਨ ਸੀ ਕਿ ਜਿਹੜੀ ਜਾਣ ਕੇ ਸਿੱਖ ਕੌਮ ਵਿੱਚ
ਜਾਣ ਕੇ ਉਹਨਾਂ ਨੇ ਗਲਤ ਮਨਾਂ 'ਚ ਗੱਲ ਪਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇਮੀਡੀਏਟਲੀ ਮੈਂ ਆਪਣੇ ਵਕੀਲਾਂ ਰਾਹੀਂ ਉਹਨੂੰ ਨੋਟਿਸ ਭੇਜਿਆ ਤੇ ਨੋਟਿਸ ਦੇ ਜਵਾਬ ਵਿੱਚ ਸਭ ਤੋਂ ਪਹਿਲੇ ਤਾਂ ਉਹਨੇ ਮਾਫੀ ਮੰਗੀ। ਪਹਿਲੇ ਤਾਂ ਲਿਖਿਆ ਕਿ ਮੈਂ ਸੁਖਬੀਰ ਸਿੰਘ ਬਾਦਲ ਨੂੰ ਜਾਣਦੀ ਨਹੀਂ, ਫਿਰ ਕਹਿਣ ਲੱਗੀ ਕਿ ਮੈਂ ਸੁਖਬੀਰ ਸਿੰਘ ਬਾਦਲ ਦਾ ਮੈਂ ਬਿਆਨ ਦਿੱਤਾ ਹੀ ਨਹੀਂ, ਮੈਂ ਤਾਂ ਸ਼ਸ਼ੀ ਕਾਂਤ ਦਾ ਦਿੱਤਾ ਹੈ। ਆਪਣੇ ਆਪ ਫਿਰ ਅਖੀਰ 'ਚ ਉਹਨੇ ਮਾਫੀ ਮੰਗੀ, ਪਰ ਮਾਫੀ ਮੰਗਣ ਦੇ ਬਾਵਜੂਦ ਉਹਨੇ ਉਸੇ ਚਿੱਠੀ ਵਿੱਚ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੁਲਨਾ ਰਾਮ ਰਹੀਮ ਨਾਲ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਰਾਮ ਰਹੀਮ ਨਾਲ ਕੀਤੀ, ਜਿਹੜਾ ਫਿਰ ਤੋਂ ਇੱਕ ਬਹੁਤ ਵੱਡਾ ਉਹਨੇ ਗੁਨਾਹ ਕੀਤਾ, ਬੰਜਰ ਗੁਨਾਹ ਕੀਤਾ ਹੈ, ਜਿਹੜਾ ਉਹਨਾਂ ਦਾ ਮਨ 'ਚ ਉਹਦਾ ਮਨ ਹੀ ਆਈ ਹੈ ਕਿ ਵਾਪਸ ਪੰਜਾਬ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ ਪ੍ਰਚਾਰ ਜਿਹੜਾ ਉਹਨੇ ਸ਼ੁਰੂ ਕੀਤਾ, ਬਹੁਤ ਵੱਡਾ ਗੁਨਾਹ ਕੀਤਾ ਹੈ। ਉਹਦੇ ਖਿਲਾਫ ਅੱਜ ਅਸੀਂ ਐਸਐਸਪੀ ਸਾਹਿਬ ਜਿਹੜੇ ਚੰਡੀਗੜ੍ਹ, ਕਿਉਂਕਿ ਆ ਸਾਡਾ ਪਾਰਟੀ ਦਾ ਹੈੱਡ ਆਫਿਸ ਇੱਥੇ ਹੈ ਤੇ ਇੱਥੇ ਮੈਨੂੰ ਚਿੱਠੀ ਆਈ ਸੀ, ਅਸੀਂ ਚੰਡੀਗੜ੍ਹ ਇਹਨੇ ਬਿਆਨ ਦਿੱਤਾ। ਅਸੀਂ ਆ ਵੀ ਐਸਐਸਪੀ ਨੂੰ ਸਾਹਿਬ ਕਿਹਾ ਕਿ ਇਹਦੇ ਪਿੱਛੇ ਕੋਈ ਕੌਂਸਪੀਰੇਸੀ ਹੈ, ਕੋਈ ਤਾਕਤਾਂ ਜਿਹੜੀਆਂ ਜਾਣ ਕੇ ਝੂਠਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਜਾਣ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਦੇ ਮਗਰ ਕੋਈ ਪੋਲੀਟੀਕਲ ਪਾਰਟੀਆਂ ਤੇ ਜਿਹੜੀਆਂ ਕੋਈ ਜਥੇਬੰਦੀਆਂ, ਉਹਨਾਂ ਨੂੰ ਬੇਨਕਾਮ ਕਰਨਾ ਚਾਹੀਦਾ ਹੈ, ਕਿਉਂਕਿ ਉਹ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹੈ। ਉਹ ਜਾਣ ਕੇ ਗੁਰੂ ਸਾਹਿਬ ਦੀ ਤੁਲਨਾ ਜਾਣ ਕੇ ਕਰ ਰਹੇ ਹੈ, ਜਿਹੜਾ ਇੱਕ ਬਹੁਤ ਵੱਡਾ ਮੈਂ ਕਹਿੰਦਾ ਗੁਨਾਹ ਹੈ। ਤੇ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਇਹਦਾ ਕੇਸ 295 ਦਾ ਕੇਸ ਕਰਕੇ ਇਹਨੂੰ ਅਰੈਸਟ ਕੀਤਾ ਜਾਏ ਤੇ ਨਾਲ ਦੇ ਨਾਲ ਪਤਾ ਕੀਤਾ ਜਾਏ ਕਿ ਕਿਹੜੀ ਤਾਕਤਾਂ, ਕਿਹੜੇ ਪਾਰਟੀਆਂ ਜਿਹੜੀਆਂ ਉਹਨਾਂ ਪਿੱਛੇ ਆ ਝੂਠਾ ਪ੍ਰਚਾਰ ਕਰਾ ਰਹੀਆਂ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭਲੱਖ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਾਪਾ ਲਾ ਦੇ ਬਾਰੇ ਗੱਲਬਾਤ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ। ਉਹਨਾਂ ਦਾ ਕਹਿਣਾ ਹੈ ਕਿ ਇਸ ਲਾਅ 'ਚ 16 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਕਈ ਬੇਕਸੂਰ ਨੌਜਵਾਨਾਂ ਨੂੰ ਇਸ ਲਾਅ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਹੀ ਨੌਜਵਾਨ ਬੇਕਸੂਰ ਨੇ। ਇਹਨਾਂ ਬੇਕਸੂਰ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਆਏ ਸਨ। ਖਹਿਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੌਜਵਾਨਾਂ ਤੇ ਪਰਚਾ ਦਰਜ ਕੀਤਾ ਗਿਆ ਉਹ ਬਿਲਕੁਲ ਬੇਕਸੂਰ ਨੇ ਅਤੇ ਪਹਿਲਾਂ ਉਹਨਾਂ ਤੇ ਕੋਈ ਵੀ ਮਾਮਲਾ ਦਰਜ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਦੀ ਹਾਈ ਕਮਾਂਡ ਦੇ ਚੰਗੇ ਬੁਲਾਰੇ ਸੰਸਦ 'ਚ ਇਸ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਨੇ, ਉੱਥੇ ਹੀ ਪੰਜਾਬ 'ਚ ਕੈਪਟਨ ਦੀ ਕਾਂਗਰਸ ਸਰਕਾਰ ਇਸ ਕਾਲੇ ਕਾਨੂੰਨ ਨੂੰ ਲਾਗੂ ਕਰ ਰਹੀ ਹੈ ਅਤੇ ਪੰਜਾਬ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ, ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਬੇਕਸੂਰ ਨੌਜਵਾਨਾਂ ਉੱਤੇ ਕਾਲਾ ਕਾਨੂੰਨ ਵਿਆਪਾ ਲਾ ਹਟਾਉਣ ਦੀ ਮੰਗ ਕੀਤੀ। ਜੋ ਕੇਂਦਰ ਦੀ ਸਰਕਾਰਾਂ ਤੇ ਪੰਜਾਬ ਸਰਕਾਰ ਨੇ ਜਿਸ ਢੰਗ ਦੇ ਨਾਲ ਯੁਆਪਾ ਕਾਨੂੰਨ ਦਾ ਵੱਡੇ ਪੱਧਰ ਦੇ ਉੱਤੇ ਦੁਰਉਪਯੋਗ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ, ਪਿਛਲੇ ਕੁਝ ਦਿਨਾਂ 'ਚ 16 FIRs ਯੁਆਪਾ ਦੇ ਤਹਿਤ ਪੰਜਾਬ ਦੀ ਪੁਲਿਸ ਨੇ ਦਰਜ ਕੀਤੀਆਂ ਨੇ ਔਰ ਦਰਜਨਾਂ ਨੌਜਵਾਨਾਂ ਨੂੰ, ਆ ਜਿੱਦਾਂ ਦਾ ਬੱਚਾ ਮੈਂ ਦਿਖਾ ਰਿਹਾ ਤੁਹਾਨੂੰ, ਇਹਨਾਂ ਨੂੰ ਖਾਲਿਸਤਾਨੀ ਮੋਡਿਊਲ, ਇਹਨਾਂ ਨੂੰ 2020 ਦੇ ਪੈਰੋਕਾਰ ਰੈਫਰੈਂਡਮ ਦੇ ਦੱਸ ਕੇ SFJ ਦੇ ਨਾਲ ਜੋੜ ਕੇ ਇਹਨਾਂ ਦੀ ਗ੍ਰਿਫਤਾਰੀਆਂ ਕਰਤੀਆਂ। ਇਹਨਾਂ ਨੌਜਵਾਨਾਂ 'ਚ ਬਹੁਤ ਸਾਰੇ ਦਲਿਤ ਪਰਿਵਾਰਾਂ ਦੇ ਬੱਚੇ ਨੇ, ਬਿਲਕੁਲ ਬੇਗੁਨਾਹ। ਮੈਂ ਹਰ ਪਿੰਡ ਵਿੱਚ ਜਿਹੜੇ ਅਸੀਂ ਕੇਸ ਸਟੱਡੀ ਕੀਤੀ ਹੈ, ਤਕਰੀਬਨ 5 FIRs ਦੀ ਪੰਜਾਬ ਦੇ ਹਰਿਆਣੇ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ, ਰੱਤਾ ਖੇੜਾ, ਸੰਗਰੂਰ, ਜਿੱਥੇ ਇੱਕ ਲਵਪ੍ਰੀਤ ਸਿੰਘ ਸ਼ਾਇਦ ਉਹਨਾਂ ਦਾ ਪਰਿਵਾਰ ਪਿੱਛੇ ਖੜਾ ਵਾ, ਉਹਨੇ NIA ਨੇ ਦਫ਼ਤਰ 51 ਸੈਕਟਰ ਚੰਡੀਗੜ੍ਹ ਉਹਨੂੰ ਯੁਆਪਾ ਦੇ ਕੇਸ ਵਿੱਚ ਬੁਲਾਇਆ ਜਦੋਂ, ਤੇ ਉੱਥੇ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ, ਇੰਟੈਰੋਗੇਸ਼ਨ ਕੀਤੀ, ਕਿੰਨਾ ਕੁ ਮਾਨਸਿਕ ਜਾਂ ਜਿਸਮਾਨੀ ਉਹਨੂੰ ਨੁਕਸਾਨ ਕੀਤਾ। ਉਸਨੇ 13-14 ਦੀ ਰਾਤ ਨੂੰ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਵਿੱਚ ਆਣ ਕੇ ਆਤਮ ਹੱਤਿਆ, ਜੋ ਗਵਰਨਮੈਂਟ ਕਹਿ ਰਹੀ ਆ, ਪਰਿਵਾਰ ਨੂੰ ਸ਼ੁਭਾ ਵਾ ਕਿ ਕਤਲ ਹੋਇਆ ਉਹਨਾਂ ਦੇ ਬੱਚੇ ਦਾ, ਨੌਜਵਾਨ, ਉਹ ਵੀ ਦਲਿਤ ਹੈ। ਇਹ ਜਿਹੜਾ ਕਾਨੂੰਨ ਹੈ, ਇਹ ਹਥਿਆਰਬੰਦ ਜਿਹੜੇ ਲੋਕ ਲੜਾਈ ਲੜਦੇ ਨੇ ਉਹਨਾਂ ਵਾਸਤੇ ਬਣਾਇਆ ਗਿਆ ਵਾ, ਪਰ ਹੁਣ ਬਿਲਕੁਲ ਮਾਸੂਮ, ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ ਖਾਲਿਸਤਾਨ ਨਾਲ ਜਾਂ 2020 ਰੈਫਰੈਂਡਮ ਨਾਲ, 16 ਮੁਕੱਦਮੇ ਤਾਂ ਪਿਛਲੇ ਦਿਨਾਂ ਦੇ ਵਿੱਚ ਦਰਜ ਹੋਏ ਨੇ, ਜਿਹਦੇ 'ਚ ਮੇਰੇ ਆਪਣੇ ਭੁਲੱਥ ਹਲਕੇ ਦਾ ਇੱਕ ਜੋਗਿੰਦਰ ਸਿੰਘ ਗੁੱਜਰ, ਉਹਨੂੰ ਸਿਰਫ ਇਸ ਲਈ ਇੰਪਲੀਕੇਟ ਕਰਤਾ ਕਿਉਂਕਿ ਉਹਨੇ SFJ ਦੀ ਇੱਕ ਜਿਹੜੀ ਹੋਈ ਸੀਗੀ ਕਨਵੈਨਸ਼ਨ ਜਨੀਵਾ ਦੇ ਵਿੱਚ 2019, ਉਹ ਅਟੈਂਡ ਕੀਤੀ, ਜਿੱਥੇ 2500 ਵਿਅਕਤੀ ਹੋਰ ਸੀਗਾ।
ਇੱਕ ਤਸਵੀਰ ਉਹਦੀ ਦਿਖਾਤੀ ਕਿ ਗੁਰਦੁਆਰਾ ਇਟਲੀ ਦੇ ਗੁਰਦੁਆਰਾ ਸਾਹਿਬ 'ਚ SFJ ਦੇ ਕਿਸੇ ਵਿਅਕਤੀ ਨੂੰ ਸਰੋਪਾ ਉਹ ਦਿੱਤਾ। ਇੱਕ ਉੱਤੇ ਇਲਜ਼ਾਮ ਲਾਤਾ ਕਿ ਇਹਨੇ ਇਟਲੀ 'ਚੋਂ 200 ਯੂਰੋ ਯਾਨੀ ਕਿ 15,000 ਰੁਪਇਆ ਭਾਰਤ ਨੂੰ ਤੋੜਨ ਵਾਸਤੇ ਉਹਦੇ ਖਿਲਾਫ ਉਹਦੀ ਏਕਤਾ ਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਦੇ ਨਜ਼ਰੀਏ ਨਾਲ 200 ਯੂਰੋ ਬਾਹਰੋਂ ਭੇਜਿਆ। ਮੇਰੇ ਵੀਰੋ ਭੈਣੋ, ਕਿ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਇੰਨੀ ਕਮਜ਼ੋਰ ਹੈ ਕਿ 15,000 ਰੁਪਏ ਨਾਲ 200 ਯੂਰੋ ਨਾਲ ਟੁੱਟ ਜਾਵੇਗੀ। ਇਹ ਸਾਰਾ ਸਾਡਾ ਮੰਨਣਾ ਵਾ ਇਹ ਇੱਕ ਬਹੁਤ ਵੈਲ ਪਲਾਨ ਡਿਜ਼ਾਈਨ ਆ ਪੰਜਾਬ ਪੁਲਿਸ ਦਾ ਤੇ NIA ਦਾ। ਉਹਦੇ ਤਹਿਤ ਇਹ ਨੌਜਵਾਨਾਂ ਨੂੰ ਜਿਹੜੇ ਔਰ ਉਹਨਾਂ ਲੋਕਾਂ ਨੂੰ ਚੁੱਕਿਆ ਜਾ ਰਿਹਾ ਜਿਹੜੇ ਬਿਲਕੁਲ ਬੇਜ਼ੁਬਾਨੇ ਨੇ। ਦੂਜੇ ਪਾਸੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ। ਉਹਨਾਂ ਦੇ ਬੱਚੇ ਬੇਕਸੂਰ ਨੇ, ਪਰ ਸਰਕਾਰ ਫਿਰ ਵੀ ਉਹਨਾਂ ਤੇ ਝੂਠੇ ਕੇਸ ਪਾ ਰਹੀ ਹੈ ਤੇ ਜੇਲ੍ਹਾਂ 'ਚ ਡੱਕ ਰਹੀ ਹੈ। ਮੇਰਾ ਨਾਮ ਸੰਦੀਪ ਕੌਰ ਹੈ, ਮੇਰਾ ਬ੍ਰਦਰ ਹੈਗਾ। ਇਸ ਕੁਝ ਵੀ ਨਹੀਂ ਹੈਗਾ ਸੀ, ਇਦਾਂ ਹੀ ਫੜ ਕੇ ਉਹਨਾਂ ਨੇ ਆਪਣੇ ਕੋਲੋਂ ਜੋ ਵੀ ਲਗਾਇਆ ਆਪਣੇ ਕੋਲੋਂ ਹੀ ਲਗਾਇਆ ਹੈਗਾ। ਡਿਮਾਂਡ ਇਹ ਹੈਗੀ ਆ, ਬੇਕਸੂਰ ਬੱਚੇ ਹੈਗੇ ਨੇ, ਤੁਸੀਂ ਇਹਨਾਂ ਨੂੰ ਕੇਸ ਇਹਨਾਂ ਦਾ ਸਟੱਡੀ ਕਰੋ। ਤੇ ਬਾਕੀ ਹੁਣ ਅਸੀਂ ਅਕਾਲ ਤਖਤ ਆਏ ਹੈਗੇ ਆ। ਦੇਖੋ ਜਥੇਦਾਰ ਸਾਹਿਬ ਕੀ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਅਗਰ ਬੇਗੁਨਾਹ ਹੈਗੇ ਨੇ ਤੇ ਫਿਰ ਇਹਨਾਂ ਨੂੰ ਇੱਦਾਂ ਦੀ ਕੋਈ ਸਜ਼ਾ ਵੀ ਨਾ ਮਿਲੇ ਕਿ ਬੱਚਿਆਂ ਦੀ ਜ਼ਿੰਦਗੀ ਪੂਰੀ ਜੇਲ੍ਹ ਵਿੱਚ ਰੁਲ ਜਾਏ। ਬਿਲਕੁਲ ਜਿਹੜੇ ਉਹ ਆਮ ਐਕਟ ਵਗੈਰਾ ਸਭ ਇਹਨਾਂ ਨੇ ਆਪਣੇ ਕੋਲੋਂ ਪਾਇਆ ਹੈ, ਬੱਚੇ ਇੱਦਾਂ ਦੇ ਹੈ ਹੀ ਨਹੀਂ ਹੈ। ਪਰ ਕੁਝ ਵੀ ਨਹੀਂ ਦੱਸਿਆ, ਸਿਰਫ ਇਨਵੈਸਟੀਗੇਸ਼ਨਸ ਵਗੈਰਾ ਕਰ ਰਹੇ ਹੈਗੇ ਆ। ਤੁਹਾਡਾ ਬ੍ਰਦਰ ਫ੍ਰੀ ਹੋ ਜਾਏਗਾ, ਜਲਦੀ ਆ ਜਾਏਗਾ, ਇੱਦਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਸਾਰਾ ਕੇਸ ਸਾਡੇ ਇੱਦਾਂ ਦਬਾ ਦਿੱਤਾ ਹੈ। ਪਹਿਲੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਵੀਰ ਜੀ ਉਹਨਾਂ ਦਾ, ਜਿੱਥੇ ਤੱਕ ਸਾਨੂੰ ਲੈ ਕੇ ਆਏ ਨੇ। ਬਾਕੀ ਹੁਣ ਗੱਲ ਕਰਕੇ ਦੇਖਦੇ ਹਾਂ ਕਿ ਜਥੇਦਾਰ ਸਾਹਿਬ ਕੀ ਕਹਿੰਦੇ ਨੇ, ਉਸ ਤੋਂ ਬਾਅਦ ਹੀ ਫਿਰ ਦੇਖਦੇ ਹਾਂ। ਇਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਇਸ ਕਾਲੇ ਕਾਨੂੰਨ ਅਤੇ ਬੇਕਸੂਰ ਨੌਜਵਾਨਾਂ ਨੂੰ ਅੰਦਰ ਕੀਤੇ ਜਾਣ ਦੇ ਮਾਮਲੇ 'ਚ ਪੀੜਤ ਪਰਿਵਾਰ ਦੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਮਿਲੇ ਨੇ। ਜਿੰਨੇ ਵੀ ਨੌਜਵਾਨਾਂ ਉੱਤੇ ਪਰਚੇ ਹੋਏ ਨੇ ਉਹ ਸਾਰੇ ਹੀ ਦਲਿਤ ਜਾਤੀ ਨਾਲ ਸੰਬੰਧਿਤ ਨੇ ਅਤੇ ਇਹ ਵਿਆਪਾ ਲਾ ਕੇਸ ਪੈਣ ਕਰਕੇ ਇੱਕ ਨੌਜਵਾਨ ਵੱਲੋਂ ਫਾਂਸੀ ਵੀ ਲੈ ਲਈ ਗਈ ਹੈ, ਜੋ ਮੰਦਭਾਗੀ ਗੱਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਜੁਡੀਸ਼ੀਅਲ ਜਾਂਚ ਵੀ ਹੋਣੀ ਚਾਹੀਦੀ ਹੈ। UAPA ਕਾਨੂੰਨ ਦੇ ਤਹਿਤ ਜਿਹੜੇ ਪੰਜਾਬ ਤੋਂ ਜਾਂ ਦਿੱਲੀ ਤੋਂ ਸਿੱਖ ਨੌਜਵਾਨ ਜਿਹੜੇ ਆ ਪੁਲਿਸ ਨੇ ਹਿਰਾਸਤ 'ਚ ਲਏ ਆ, ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸੀ। ਉਹਨਾਂ ਨੇ ਆਪਣਾ ਦੁੱਖੜਾ ਸੁਣਾਇਆ, ਸੁਣ ਕੇ ਮਨ ਬਹੁਤ ਦੁਖੀ ਹੋਇਆ ਕਿ ਬਿਨਾਂ ਕਿਸੇ ਵਜ੍ਹਾ ਦੇ ਜਾਂ ਛੋਟੀ ਵਜ੍ਹਾ ਦੇ ਇਹਨਾਂ ਨੌਜਵਾਨਾਂ ਨੂੰ UAPA ਤਹਿਤ ਜਿਹੜਾ ਹੈ ਉਹ ਮਾਮਲਾ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਜਿਹੜਾ ਹੈ ਉਹ ਇੱਕ ਕਿਸਮ ਦਾ ਖੌਫਜ਼ਦਾ ਕਰਨ ਦਾ ਯਤਨ ਹੋ ਰਿਹਾ ਹੈ ਸਰਕਾਰ ਵੱਲੋਂ, ਕਿਉਂਕਿ ਛੋਟੇ ਕਿਸੇ ਗਲਤੀਆਂ ਨੌਜਵਾਨਾਂ ਨੇ ਕਰਤੀਆਂ ਹੈਗੀਆਂ ਤੇ ਇਹਦਾ ਮਤਲਬ ਨਹੀਂ ਹੈ ਕਿ ਅਸੀਂ ਛੋਟੀਆਂ ਗਲਤੀਆਂ ਕਾਰਨ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਪੂਰੀਆਂ ਦੀਆਂ ਪੂਰੀਆਂ ਬਰਬਾਦ ਕਰ ਦਈਏ। ਸਿੱਖ ਨੌਜਵਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ, ਖੌਫ ਦਾ ਮਾਹੌਲ ਪਾਇਆ ਜਾ ਰਿਹਾ। ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇਹ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਤੁਰੰਤ ਗਤੀਵਿਧੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਸਿੱਖ ਨੌਜਵਾਨਾਂ ਦੇ ਅੰਦਰ ਸਹਿਮ ਦਾ ਮਾਹੌਲ ਤੇ ਖੌਫਜ਼ਦਾ ਕਰਨ ਦੇ ਲਈ ਇਹਨਾਂ ਨੂੰ ਬੰਦ ਕੀਤਾ ਜਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਇਹਨਾਂ ਸਿੱਖ ਨੌਜਵਾਨਾਂ ਦੀ ਜਿਹੜੀ ਹੈ ਉਹ ਸਾਰ ਲਵੇ, ਕੋਰਟਾਂ ਦੇ ਵਿੱਚ ਇਹਨਾਂ ਦੇ ਮਾਮਲਿਆਂ ਦੀ ਜਿਹੜੀ ਹੈ ਉਹ ਆਪ ਪੈਰਵੀ ਕਰੇ, ਕਿਉਂਕਿ ਸਾਰੇ ਕੁਝ ਨੌਜਵਾਨ ਜਿਹੜੇ ਨੇ ਉਹ ਵਿਚਾਰੇ ਬਹੁਤੇ ਨੌਜਵਾਨ ਗਰੀਬ ਪਰਿਵਾਰਾਂ ਦੇ ਵਿੱਚੋਂ, ਦਲਿਤ ਪਰਿਵਾਰਾਂ ਦੇ ਵਿੱਚੋਂ ਤੇ ਇਹੀ ਨੌਜਵਾਨ ਜਿਹੜੇ ਰੋਜ਼ੀ ਰੋਟੀ ਦਾ ਵਸੀਲਾ ਵੀ ਸਨ। ਇੱਕ ਨੌਜਵਾਨ ਜਿਹੜਾ ਉਹ ਖੁਦਕੁਸ਼ੀ ਵੀ ਕਰ ਗਿਆ ਤੇ ਇਹਦੀ ਸਾਰੇ ਮਾਮਲੇ ਦੀ ਜਿਹੜੀ ਇੱਕ ਨਿਰਪੱਖ ਜੁਡੀਸ਼ੀ ਜਾਂਚ ਜਿਹੜੀ ਹੈ ਉਹ ਵੀ ਹੋਣੀ ਚਾਹੀਦੀ ਹੈ ਕਿ ਕੀ ਇਹਨਾਂ ਦਾ ਦੋਸ਼ ਹੈ, ਕੀ ਬਣਦਾ ਦੋਸ਼ ਇਹਨਾਂ ਦਾ ਜਿਹਦੇ ਤਹਿਤ ਇਹਨਾਂ ਦੇ ਉੱਤੇ UAPA ਦੇ ਤਹਿਤ ਪਰਚੇ ਦਰਜ ਕੀਤੇ ਜਾ ਰਹੇ। ਦੂਜੀ ਜਿਹੜੀ ਗੱਲ ਇਹ ਹੈ ਕਿ ਅਗਲੇ ਸਾਲ 400 ਸਾਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ। ਸਾਰੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਇਸ ਮਹਾਨ ਪ੍ਰਕਾਸ਼ ਪੁਰਬ ਨੂੰ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਲਈ ਸਿੱਖ ਵਿਦਵਾਨਾਂ ਦੀ ਰਾਏ ਲੈ ਕੇ ਸਾਰਥਕ ਵਿਉਂਤਬੰਦੀਆਂ ਉਲੀਕਣ ਤੇ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਜਦੋਂ ਪਿੱਛੇ ਜੇ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਮਨਾਇਆ, ਅਸੀਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਸਹਿਤ ਸਰਕਾਰ ਨੇ ਵੀ ਮਨਾਇਆ, ਖਾਲਸਾ ਪੰਥ ਨੇ ਮਨਾਇਆ। ਬੰਦੀ ਜਿਹੜੇ ਆ ਰਿਹਾ ਕਰਨ ਦਾ ਵਾਅਦਾ ਵੀ ਸਰਕਾਰ ਵੱਲੋਂ ਹੋਇਆ ਸੀ, ਕੁਝ ਬੰਦੀ ਰਿਹਾ ਵੀ ਹੋਏ ਸੀ, ਪਰ ਬਹੁਤੇ ਬੰਦੀ ਜਿਹੜੇ ਆ ਉਹ ਰਿਹਾ ਨਹੀਂ ਹੋਏ। ਤੇ ਭਾਰਤ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਜਿਹੜੇ ਬਾਕੀ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਨੇ, ਲੰਬੇ ਸਮੇਂ ਤੋਂ ਬੈਠੇ ਨੇ, ਤੇ ਉਹਨਾਂ ਦੇ ਉੱਤੇ ਜਿਹੜੇ ਪਰਚੇ ਜਿਹੜੇ ਆ ਉਹ ਰੱਦ ਕੀਤੇ ਜਾਣ ਤੇ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ, ਉਹਨਾਂ ਨੂੰ ਬਾਹਰ ਜਿਹੜਾ ਉਹ ਲਿਆਂਦਾ ਜਾਵੇ ਤਾਂ ਕਿ ਬਾਕੀ ਦੀ ਜ਼ਿੰਦਗੀ ਜਿਹੜੀ ਉਹ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਬਤੀਤ ਕਰ ਸਕਣ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਲੰਬਾ ਸਮਾਂ ਪਹਿਲਾਂ ਹੀ ਲੁਧਿਆਣਾ 'ਚ ਸਿਆਸਤ ਗਰਮਾਉਣ ਲੱਗੀ ਹੈ। ਜਿੱਥੇ ਸਿਆਸਤਦਾਨ ਇੱਕ ਦੂਜੇ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ,
ਉੱਥੇ ਹੀ ਯੂਥ ਅਕਾਲੀ ਦਲ ਵੱਲੋਂ ਬੈਂਸ ਦੇ ਹਲਕੇ 'ਚ ਸਾਈਕਲ ਯਾਤਰਾ ਕੱਢੀ ਗਈ। ਉਹਨਾਂ ਕਿਹਾ ਕਿ ਬੈਂਸ ਨੇ ਆਪਣੇ ਹਲਕੇ ਦਾ ਵਿਕਾਸ ਨਹੀਂ ਕਰਵਾਇਆ। ਪੰਜਾਬ ਦੀ ਗੱਲ ਕਰਨ ਵਾਲੇ ਬੈਂਸ ਭਰਾ ਆਪਣੇ ਹਲਕੇ 'ਚ ਹੀ ਫੇਲ ਹੋ ਗਏ ਨੇ। ਗੁਰਦੀਪ ਸਿੰਘ ਗੋਸ਼ਾ ਦਾ ਕਹਿਣਾ ਹੈ ਕਿ ਬੈਂਸ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਸਾਈਕਲ ਯਾਤਰਾ ਕਰ ਦਿੱਤੀ, ਪਰ ਇਹ ਭੁੱਲ ਗਏ ਕਿ ਆਪਣੇ ਹਲਕੇ ਦਾ ਕੀ ਹਾਲ ਹੈ। ਬੈਂਸ ਭਰਾਵਾਂ ਤੇ ਵਰਦਿਆਂ ਗੁਰਦੀਪ ਗੋਸ਼ਾ ਦਾ ਕਹਿਣਾ ਹੈ ਕਿ ਬੈਂਸ ਭਰਾਵਾਂ ਨੇ ਆਪਣੇ ਹਲਕੇ ਦੇ ਵੋਟਰਾਂ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਉਸਦੇ ਹਲਕੇ 'ਚ ਸੜਕਾਂ ਦਾ ਬੁਰਾ ਹਾਲ ਹੈ ਅਤੇ ਗਲੀਆਂ ਦਾ ਬੁਰਾ ਹਾਲ ਹੈ। ਇੱਥੇ ਰੋਜ਼ਾਨਾ ਲੋਕ ਸਾਈਕਲ, ਮੋਟਰਸਾਈਕਲ, ਗੱਡੀਆਂ ਲੈ ਕੇ ਲੰਘਦੇ ਨੇ, ਜਿਨ੍ਹਾਂ ਨੂੰ ਰੋਜ਼ 2-4 ਹੋਣਾ ਪੈਂਦਾ। ਉਹਨਾਂ ਕਿਹਾ ਕਿ ਵੱਡੀਆਂ ਗੱਲਾਂ ਕਰਨ ਵਾਲੇ ਬੈਂਸ ਭਰਾ ਆਪਣੇ ਹੀ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲੈ ਸਕੇ। ਗੋਸ਼ਾ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੇ ਖਿਲਾਫ ਵੀ ਆਉਂਦੇ ਦਿਨਾਂ 'ਚ ਮੁਜ਼ਾਹਰਾ ਕਰਨਗੇ। ਪਿਛਲੇ 9 ਸਾਲਾਂ ਤੋਂ ਕਰੀਬ 9 ਸਾਲਾਂ ਤੋਂ ਜਿਹੜੇ ਬੈਂਸ ਬ੍ਰਦਰਸ ਨੇ ਉਹ ਇਸ ਇਲਾਕੇ ਤੋਂ ਜਿੱਤ ਕੇ ਗਏ ਸੀਗੇ, ਲੇਕਿਨ ਜਦੋਂ ਪਹਿਲੀ ਵਾਰੀ ਉਹ ਐਮਐਲਏ ਬਣੇ ਨੇ ਉਹਨਾਂ ਨੇ ਲੋਕਾਂ ਨੂੰ ਬੜੇ ਝੂਠ ਤੇ ਸੁਪਨੇ ਦਿਖਾਏ ਸੀ ਕਿ ਅਸੀਂ ਇਲਾਕੇ ਦਾ ਹਾਲ ਜਿਹੜਾ ਬਦਲ ਦਾਂਗੇ। ਪਰ ਮੈਂ ਸਮਝਦਾ ਵੀ ਅੱਜ ਤਾਂ 9 ਸਾਲ ਪਹਿਲਾਂ ਇਲਾਕਾ ਵਧੀਆ ਸੀਗਾ, ਲੇਕਿਨ ਜਦੋਂ ਦੇ ਇਹ ਐਮਐਲਏ ਬਣੇ ਨੇ ਤੁਸੀਂ ਦੇਖੋ, ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਸੜਕਾਂ ਦਾ ਕੀ ਹਾਲ ਆ। ਕੋਈ ਪਾਰਕ ਨਹੀਂ। ਅਸੀਂ ਵਾਰ-ਵਾਰ ਇਹਨਾਂ ਦੋਵਾਂ ਭਰਾਵਾਂ ਨੂੰ ਇੱਕੋ ਗੱਲ ਕਹਿ ਰਹੇ ਹਾਂ ਵੀ ਪਿਛਲੇ 9 ਸਾਲਾਂ ਦੇ ਵਿੱਚ ਜੇਕਰ ਤੁਸੀਂ ਕੋਈ ਇਲਾਕੇ ਦੇ ਵਿੱਚ ਪ੍ਰੋਜੈਕਟ ਲਿਆਂਦਾ, ਕੋਈ ਪਾਰਕ ਲਿਆਂਦੀ ਹੈ, ਕੋਈ ਸਹੂਲਤ ਲਿਆਂਦੀ ਆ, ਕੋਈ ਸਕੂਲ ਬਣਵਾਏ ਨੇ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਲੋਕ ਭਲਾਈ ਵਾਲਾ ਕੰਮ ਆ, ਉਹ ਜਿਹੜਾ ਲੋਕਾਂ ਦੇ ਸਾਹਮਣੇ ਲਿਆ ਕੇ ਰੱਖੋ। ਪਰ ਵਾਰ-ਵਾਰ ਜਦੋਂ ਸਾਡੇ ਅਪੀਲ ਕਰਨ ਤੋਂ ਬਾਅਦ ਵੀ ਹੁਣ ਅਸੀਂ ਸੰਘਰਸ਼ ਕਰਨ ਦਾ ਐਲਾਨ ਕੀਤਾ ਵਾ ਤੇ ਯੂਥ ਅਕਾਲੀ ਦਲ ਤੇ ਹਲਕੇ ਦੇ ਜਿਹੜੇ ਨੌਜਵਾਨ ਨੇ ਜਿਹੜੇ ਨਾਲ ਪੜ੍ਹਾਈ ਵੀ ਕਰਦੇ ਨੇ, ਨਾਲ ਮਜ਼ਦੂਰੀ ਵੀ ਕਰਦੇ ਨੇ, ਉਹ ਇਲਾਕੇ ਦੇ ਵਿੱਚ ਜਾਣਗੇ। ਇਲਾਕੇ ਦਾ ਹਾਲ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਬੁਰਾ ਹਾਲ ਇਸ ਇਲਾਕੇ ਦਾ ਹੋ ਗਿਆ ਵਾ। ਸੜਕਾਂ ਟੁੱਟੀਆਂ ਪਈਆਂ ਨੇ, ਕਿਸੇ ਕਿਸਮ ਦਾ ਕੋਈ ਪ੍ਰੋਜੈਕਟ ਨਹੀਂ ਹੈਗਾ। ਹੁਣ ਮਹਾਮਾਰੀ ਦਾ ਦੌਰ ਹੈ ਤੇ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਜਿੱਥੇ ਲੋਕਾਂ ਤੋਂ ਹਜ਼ਾਰਾਂ ਲੱਖਾਂ ਵੋਟਾਂ ਲਈਆਂ ਨੇ ਤੇ ਉਹਨਾਂ ਦੇ ਨਾਲ ਵੀ ਧੋਖਾ ਕੀਤਾ ਵਾ। ਇਸ ਕਰਕੇ ਅਸੀਂ ਅੱਜ ਇਹ ਪ੍ਰਣ ਕੀਤਾ ਵਾ ਵੀ ਜਿੰਨਾ ਚਿਰ ਇਹ ਲੋਕ ਆਪਣੇ ਹਲਕੇ ਦਾ ਵਿਕਾਸ ਨਹੀਂ ਕਰਾਉਣਗੇ ਉਹਨਾਂ ਚਿਰ ਅਸੀਂ ਸੰਘਰਸ਼ ਕਰਦੇ ਰਹਾਂਗੇ। ਸਾਡਾ ਸੰਘਰਸ਼ ਜਾਰੀ ਰਹੇਗਾ। ਅੱਜ ਸਾਈਕਲ ਰੈਲੀ ਕੱਢ ਰਹੇ ਹਾਂ, ਫਿਰ ਰਕਸ਼ਾ ਰੈਲੀ ਕੱਢਾਂਗੇ, ਪੈਦਲ ਮਾਰਚ ਕਰਾਂਗੇ, ਭੁੱਖ ਹੜਤਾਲ ਕਰਾਂਗੇ, ਲੋਕਾਂ ਦੇ ਕੋਲ ਜਾਵਾਂਗੇ, ਨੌਜਵਾਨਾਂ ਕੋਲ ਜਾਵਾਂਗੇ, ਹਰ ਇੱਕ ਤਰ੍ਹਾਂ ਦਾ ਸੰਘਰਸ਼ ਕਰਾਂਗੇ। ਪਰ ਇਹਨਾਂ ਨੂੰ ਘਰੇ ਟਿਕ ਕੇ ਬੈਠਣ ਨਹੀਂ ਦੇਵਾਂਗੇ ਜਿੰਨਾ ਚਿਰ ਇਹ ਇਲਾਕੇ ਦਾ ਵਿਕਾਸ ਨਹੀਂ ਕਰਾਉਂਦੇ ਤੇ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ, ਆਪਣੀਆਂ ਕੋਠੀਆਂ ਦੇ ਵਿੱਚੋਂ ਨਹੀਂ ਨਿਕਲਦੇ। ਦੂਜੇ ਪਾਸੇ ਹਲਕਾ ਵਾਸੀਆਂ ਦਾ ਕਹਿਣਾ ਹੈ ਕਿ 9 ਸਾਲ ਪਹਿਲਾਂ ਹਲਕੇ ਦੀ ਨੁਹਾਰ ਕੁਝ ਹੋਰ ਹੁੰਦੀ ਸੀ, ਪਰ ਜਦ ਤੋਂ ਬੈਂਸ ਵਿਧਾਇਕ ਚੁਣੇ ਨੇ ਉਦੋਂ ਤੋਂ ਹਲਕੇ ਦਾ ਸੱਤਿਆਨਾਸ਼ ਹੋ ਗਿਆ। ਸੜਕਾਂ ਗਲੀਆਂ ਦਾ ਬੁਰਾ ਹਾਲ ਹੈ। ਹਲਕੇ 'ਚ ਇੱਕ ਇੱਟ ਵੀ ਨਹੀਂ ਲੱਗੀ। ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਜਿਹਦਾ ਜਿਹੜੇ ਸੱਜਣ ਠੱਗ ਅਸੀਂ ਬਾਰ-ਬਾਰ ਕਹਿੰਦੇ ਆ, ਬਲਵਿੰਦਰ ਬੈਂਸ ਤੇ ਸਿਮਰਜੀਤ ਸਿੰਘ ਬੈਂਸ, ਜਿਹੜੇ ਪੰਜਾਬ ਯਾਤਰਾ ਜਿਹੜੇ ਸਾਈਕਲ ਕੱਢ ਕੇ ਜਿਹੜੀਆਂ ਵੱਡੀਆਂ ਦਾਅਵੇ ਕਰਦੇ ਆ, ਉਹਨਾਂ ਦੇ ਹਲਕੇ ਦਾ ਹਾਲ ਦਿਖਾਉਣ ਲੱਗਾ। ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਹੈ, ਕੋਈ ਪਾਰਕਾਂ ਨਹੀਂ, ਕੋਈ ਸਿਵਲ ਹਸਪਤਾਲ ਨਹੀਂ, ਕੋਈ ਸਰਕਾਰੀ ਹਸਪਤਾਲ ਨਹੀਂ, ਕੋਈ ਸਕੂਲਾਂ ਬਾਰੇ ਗੱਲ ਨਹੀਂ ਕੀਤੀ, ਕੋਈ ਕਾਲਜਾਂ ਬਾਰੇ ਗੱਲ ਨਹੀਂ ਕੀਤੀ, ਪਰ ਵੱਡੇ ਦਾਅਵੇ ਕਰਕੇ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਂ ਹੈਰਾਨ ਹੁੰਨਾ, ਅੱਜ ਦੂਜੀ ਟਰਮ ਹੋ ਗਈ ਉਹਨਾਂ ਦੀ, 9 ਸਾਲ ਦੇ ਕਰੀਬ ਹੋਣ ਲੱਗੇ ਆ ਤੇ ਹਲਕਾ ਪਰੇਸ਼ਾਨ ਹੈ, ਲੋਕ ਹਲਕੇ ਦੇ ਪਰੇਸ਼ਾਨ ਹੈ। ਤੇ ਕੋਵਿਡ ਦੇ ਵਿੱਚ ਨਿਕਲਿਆ ਨਹੀਂ ਬੰਦਾ, ਪਤਾ ਨਹੀਂ ਕਿਹੜੀ ਖੁੱਡ 'ਚ ਛੁਪਿਆ ਰਿਹਾ। ਤੇ ਅੱਜ ਅਸੀਂ ਉਹਦਾ ਹਲਕੇ ਦਾ ਹਾਲ ਦਿਖਾਇਆ। ਤੇ ਦੇਖੋ ਤੁਸੀਂ, ਜਿਹੜਾ ਬੰਦਾ ਜਿਹਨੂੰ ਹਲਕੇ ਦੇ ਵਿੱਚ ਵਿਚਰਨਾ ਚਾਹੀਦਾ ਸੀ, ਹਲਕੇ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਸੀ, ਤੇ ਉਹ ਪੰਜਾਬ ਦੀ ਯਾਤਰਾ ਕਿੱਥੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਖਤਮ ਕਿੱਥੇ ਕੀਤੀ, ਚੰਡੀਗੜ੍ਹ। ਉਹਦੇ ਟਾਇਰ ਦੀ ਹਵਾ ਵੀ ਨਹੀਂ ਨਿਕਲੀ ਸੀ। ਆ ਤੁਸੀਂ ਸਾਈਕਲਾਂ ਦਾ ਹਾਲ ਦੇਖ ਲਿਓ ਕੀ ਹੁੰਦਾ, ਕਿਉਂਕਿ ਹਾਲਾਤ ਸੜਕਾਂ ਦੇ ਇਹੋ ਜਿਹੇ ਆ ਜਿੱਥੇ ਗਰੀਬ ਬੰਦਾ, ਤੁਸੀਂ ਦੇਖੋ ਜਿਹੜਾ ਇੱਕ ਗਰੀਬ ਬੰਦਾ, ਕਿਉਂਕਿ ਇਹ ਇਲਾਕਾ ਸਭ ਤੋਂ ਵੱਡਾ ਇਲਾਕਾ ਜਿੱਥੇ ਸਾਈਕਲਾਂ ਸਭ ਤੋਂ ਵੱਧ ਚੱਲਦੀਆਂ। ਇਸ ਇਲਾਕੇ 'ਚ ਤੁਸੀਂ ਦੇਖੋਗੇ ਰੋਜ਼ ਕੋਈ ਟਿਊਬਾਂ ਪਾਟਦੀਆਂ, ਕੋਈ ਚੱਕਾ ਟੁੱਟਦਾ, ਕੋਈ ਸਾਈਕਲ ਖਰਾਬ ਹੁੰਦੀ ਆ, ਕੋਈ ਮੋਟਰਸਾਈਕਲ ਖਰਾਬ ਹੁੰਦਾ, ਕੋਈ ਗੱਡੀ ਪੈਂਚਰ ਹੁੰਦੀ ਆ। ਪਰ ਇਹ ਲੋਕ ਵੱਡੇ ਦਾਅਵਿਆਂ ਕਰਕੇ ਵੱਡੀਆਂ ਕੋਠੀਆਂ 'ਚ ਰਹਿੰਦੇ, ਪਰ ਗਰੀਬ ਬੰਦੇ ਦੀ ਸਾਰ ਨਹੀਂ ਲੈ ਰਹੇ। ਤੇ ਹੁਣ ਅਸੀਂ ਯਾਦ ਕਰਾਵਾਂਗੇ, ਚੇਤੇ ਕਰਾਵਾਂਗੇ। ਅੱਗੇ ਵੀ ਅਸੀਂ 2 ਵਾਰੀ ਕੱਢਿਆ ਤੇ ਹੁਣ ਚੇਤੇ ਕਰਾਵਾਂਗੇ। ਸੜਕਾਂ ਬਣਵਾ ਕੇ ਰਹਾਂਗੇ, ਅਸੀਂ ਲੋਕਾਂ ਦੀਆਂ ਕੰਮ ਕਰਵਾ ਕੇ ਰਹਾਂਗੇ। ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਇਹ ਬਣਵਾਉਣੇ ਪੈਣਗੇ। ਅਸੀਂ ਇਹਨਾਂ ਨੂੰ ਘਰਾਂ 'ਚੋਂ ਬਾਹਰ ਕੱਢਾਂਗੇ। ਕਾਂਗਰਸ ਸਰਕਾਰ ਨੂੰ ਵੀ ਘੇਰਾਂਗੇ, ਜਿਹੜੀ ਕਾਂਗਰਸ ਸਰਕਾਰ ਵੱਡੇ ਦਾਅਵੇ ਕਰਦੀ ਹੈ ਪਰ ਕੰਮ ਕੋਈ ਨਹੀਂ ਕੀਤਾ। ਤੇ ਨਾਲੇ ਦੋਨੋਂ ਭਰਾਵਾਂ ਦਾ ਉਜਾਗਰ ਕਰਾਂਗੇ। ਅੱਜ ਖੁਲਾਸਾ ਇਸੇ ਕਰਕੇ ਖੁਲਾਸਾ ਕੀਤਾ ਤਾਂ ਜੋ ਲੋਕ ਜਾਗਦੇ ਰਹਿਣ। ਅਗਲੀ ਖਬਰ ਹੈ ਖੇਡ ਸੰਸਾਰ ਤੋਂ, ਜਿੱਥੇ ਕ੍ਰਿਕਟ ਪ੍ਰੇਮੀਆਂ ਲਈ ਇੱਕ ਖੁਸ਼ੀ ਦੀ ਖਬਰ ਹੈ। ਇੰਡੀਅਨ ਪ੍ਰੀਮੀਅਰ ਲੀਗ 2020 ਇਸ ਸਾਲ ਯੂਨਾਈਟਿਡ ਅਰਬ ਅਮੀਰਾਤ 'ਚ ਖੇਡਿਆ ਜਾਵੇਗਾ। ਇਸ ਗੱਲ ਦੀ ਪੁਸ਼ਟੀ ਬੀਤੇ ਸ਼ੁੱਕਰਵਾਰ IPL ਦੇ ਚੇਅਰਮੈਨ ਬਰਜੇਸ਼ ਪਟੇਲ ਨੇ ਦਿੱਤੀ ਸੀ। ਬਰਜੇਸ਼ ਪਟੇਲ ਦਾ ਕਹਿਣਾ ਹੈ ਕਿ IPL 19 ਸਤੰਬਰ ਤੋਂ 8 ਨਵੰਬਰ ਤੱਕ UAE 'ਚ ਖੇਡਿਆ ਜਾਵੇਗਾ। ਹੁਣ IPL ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਸਰਕਾਰ ਨਾਲ ਗੱਲ ਚੱਲ ਰਹੀ ਹੈ, ਜਿਸ ਤਹਿਤ ਕੁਝ ਸ਼ਰਤਾਂ ਨਾਲ ਸਟੇਡੀਅਮ 'ਚ IPL ਦੇ ਮੈਚ ਵੇਖਣ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। UAE ਦੇ ਜਨਰਲ ਸਕੱਤਰ ਮੁਸਾਬਰ ਉਸਮਾਨੀ ਦਾ ਇਸ ਬਾਰੇ ਕਹਿਣਾ ਹੈ ਕਿ ਸਟੇਡੀਅਮ 'ਚ ਪ੍ਰਸ਼ੰਸਕਾਂ ਦੇ ਆਉਣ 'ਤੇ ਅਸੀਂ ਆਪਣੀ ਸਰਕਾਰ ਨੂੰ ਕੁਝ ਯੋਜਨਾਵਾਂ ਦਾ ਪ੍ਰਸਤਾਵ ਦੇਵਾਂਗੇ ਅਤੇ ਇਸ ਦੀ ਮਨਜ਼ੂਰੀ ਵੀ ਲਵਾਂਗੇ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਕਿਸੇ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਜਿੱਥੋਂ ਤੱਕ ਪ੍ਰਸ਼ੰਸਕਾਂ ਦਾ ਸਵਾਲ ਹੈ, ਅਸੀਂ ਚਾਹੁੰਦੇ ਹਾਂ ਕਿ UAE 'ਚ ਸਾਡੇ ਏਸ਼ੀਆਈ ਪ੍ਰਵਾਸੀ ਅਤੇ ਅਮੀਰਾਤ ਦੇ ਲੋਕ ਵੀ ਆਉਣ ਅਤੇ IPL ਵੇਖਣ। ਅਸੀਂ ਸਟੇਡੀਅਮ 'ਚ ਪ੍ਰਸ਼ੰਸਕਾਂ ਨੂੰ ਲਿਆਉਣ ਲਈ ਸਰਕਾਰ ਨੂੰ ਛੋਟ ਦੇਣ ਲਈ ਵੀ ਕਹਾਂਗੇ। ਤੁਹਾਨੂੰ ਦੱਸ ਦਈਏ ਕਿ ਦੁਬਈ 'ਚ ਹਾਲਾਤਾਂ 'ਚ ਸੁਧਾਰ ਆਉਣ ਤੋਂ ਬਾਅਦ ਕਰਫਿਊ ਹਟਾ ਦਿੱਤਾ ਗਿਆ, ਜਦਕਿ ਅਬੂ ਧਾਬੀ ਅਤੇ ਸ਼ਾਰਜਾ 'ਚ ਹਜੇ ਵੀ ਪ੍ਰੋਟੋਕੋਲ ਤੇ ਪਾਬੰਦੀਆਂ ਨੇ। ਉੱਥੇ ਹੀ ਦੁਬਈ 'ਚ ਲੋਕਾਂ ਨੂੰ ਆਉਣ ਜਾਣ ਦੀ ਮਨਜ਼ੂਰੀ ਸਮੇਤ ਰੈਸਟੋਰੈਂਟਾਂ ਅਤੇ ਸਮਾਜਿਕ ਦੂਰੀ ਅਤੇ ਸੁਰੱਖਿਆ ਦੇ ਨਾਲ 30 ਤੋਂ 50% ਦੀ ਲੋਕਾਂ ਦੇ ਆਉਣ ਦੀ ਮਨਜ਼ੂਰੀ ਹੈ। ਫਿਲਹਾਲ ਅੱਜ ਦੇ ਬੁਲੇਟਿਨ 'ਚ ਇੰਨਾ ਹੀ। ਮਿਲਦੇ ਹਾਂ ਅਗਲੀ ਵਾਰ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।